सब्सक्राइब करें नेशनल बस और साथ ही दबाएं बेल आइकन। ਇਹ ਮੈਂ ਇਹਨੂੰ ਅਕਾਲੀਆਂ ਦੇ ਪੈਰੀਂ ਹੱਥ ਲਾਉਂਦਾ ਵੀ ਵੇਖਿਆ। ਇਹ ਸ਼੍ਰੀਮਾਨ ਜੀ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀਗੇ, ਲੇਕਿਨ ਗੋਲੀ ਕਿਹਨੇ ਮਾਰੀ? ਇਹ ਕੰਵਰ ਵਿਜੇ ਪ੍ਰਤਾਪ ਵੀ ਇੱਕ ਪਾਤਰ ਹੈ ਉਸ ਡਰਾਮੇ ਦਾ। ਕੰਵਰ ਵਿਜੇ ਪ੍ਰਤਾਪ ਨੂੰ ਹੀਰੋ ਦੀ ਬਜਾਏ ਉਹਦੇ ਚਾਰਜ ਸ਼ੀਟ ਕਰਕੇ ਡਿਸਮਿਸ ਕਰਨਾ ਚਾਹੀਦਾ। ਇਹ ਤੁਸੀਂ ਬਹੁਤ ਸਾਡੇ ਦਰਸ਼ਕਾਂ ਨੂੰ ਵੱਡੀ ਗੱਲ ਦੱਸੀ ਹੈ। ਕੈਪਟਨ ਸਾਹਿਬ ਸਿਰਫ ਡਰਾਮਾ ਕਰਨਾ ਚਾਹੁੰਦੇ ਆ। ਤੁਸੀਂ ਇੱਕ ਸਿੱਟ ਬਣਾਈ ਸਿਧਾਰਥ ਚੱਟੋਪਾਧਿਆਏ ਦੇ ਥੱਲੇ, ਕੰਵਰ ਵਿਜੇ ਪ੍ਰਤਾਪ ਸਿੰਘ ਜੀ ਇਹਨਾਂ ਨੇ ਦਸਤਖਤ ਕਿਉਂ ਨਹੀਂ ਕੀਤੇ? ਪ੍ਰਬੋਧ ਕੁਮਾਰ ਜੀ ਹੈਗੇ ਆ, ਕਿਉਂ ਨਹੀਂ ਉਹਨਾਂ ਨੇ ਸਾਈਨ ਕੀਤੇ? ਇਹਦੇ ਡੀਜੀਪੀ ਨੇ ਇਹਨੂੰ ਬੈਠ ਕਿਉਂ ਨਹੀਂ ਕੀਤਾ? ਸੈਣੀ ਦਾ ਚਲਾਨ ਕਿਉਂ ਲੇਟ ਹੋਇਆ ਤੇ ਡੀਜੀਪੀ ਕਿਵੇਂ ਚੁੱਪ ਕਰਕੇ ਬੈਠਾ? ਕਿਹੜੇ ਸਰਕਾਰੀ ਵਕੀਲ ਨੇ ਬੈਠ ਕੀਤੀ ਹੈ? ਇਹ ਝੂਠ ਦਾ ਪਲੰਦਾ ਲੈ ਕੇ ਤੁਰਿਆ ਫਿਰਦਾ ਔਰ ਇਹਨੂੰ ਝੂਠ ਬਣਾਉਣ ਦੀ ਆਦਤ ਹੈ, ਪਰ ਇਹਨੇ ਉਹਦੇ ਤੇ ਦਾਗ ਲਾਇਆ ਤੇ ਨਿਕਲਿਆ ਕੁਝ ਵੀ ਨਹੀਂ। ਇਹਨੇ ਉੱਥੇ ਜਾ ਕੇ ਉਹ ਹਰਦੀਸ਼ ਰੰਧਾਵੇ ਦੇ ਪਰਚਾ ਦੇ ਦਿੱਤਾ। 3 ਮਹੀਨੇ ਦਾ ਕੰਮ ਤੁਹਾਡੇ ਕੋਲ 3 ਸਾਲ 'ਚ ਨਹੀਂ ਹੋਇਆ। ਮੈਨੂੰ ਇੱਕ ਐਵੀਡੈਂਸ ਦੱਸ ਦਿਓ ਜਿਹਦੇ ਤੇ ਕੋਰਟ ਇਹਨਾਂ ਨੂੰ ਸਜ਼ਾ ਦੇ ਦੇ। ਉਹ ਲੋਕ ਤਾਂ ਗੁਰੂ ਸਾਹਿਬ ਨੂੰ ਮੰਨਦੇ ਹੀ ਨਹੀਂ। ਸੀਐਮ ਸਿਕਿਉਰਿਟੀ ਦਾ ਇਹ ਬੜਾ ਵੱਡਾ ਸਕੈਂਡਲ ਹੈ। ਪ੍ਰਮੋਦ ਬਾਨ ਜੀ ਇਕੱਲੇ ਨਹੀਂ, ਰਕੇਸ਼ ਅਗਰਵਾਲ ਦੇ ਖਿਲਾਫ ਵੀ ਰੌਲਾ ਪੈਂਦਾ, ਆਪਣੀ ਵਾਈਫਸ ਨਾਲ ਮਿਸਬਿਹੇਵ ਕਰਦੇ ਆ। ਭਾਰਤੀ ਜਨਤਾ ਪਾਰਟੀ ਵੀ ਚਾਹੁੰਦੀ ਹੈ। ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਸਾਡੇ ਨਾਲ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ, ਜਿਹੜੇ ਕਿ ਬੀਜੇਪੀ ਦੇ ਨੈਸ਼ਨਲ ਸਪੋਕਸਪਰਸਨ ਨੇ। ਇਹਨਾਂ ਦੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਦੱਸ ਦਿੰਦਾ। ਸਰਦਾਰ ਇਕਬਾਲ ਸਿੰਘ ਮਹਿਜ਼ ਇੱਕ ਐਸੇ ਅਫਸਰ ਨੇ ਹਿੰਦੁਸਤਾਨ ਦੇ ਜਿਨ੍ਹਾਂ ਨੇ FBI ਦੇ ਨਾਲ ਬਹੁਤ ਕਲੋਜ਼ਲੀ ਕੰਮ ਕੀਤਾ ਹੈ। ਦੂਸਰਾ, ਇਹ ਬਹੁਤ ਸਾਰੇ ਜ਼ਿਲ੍ਹਿਆਂ ਦੇ SSP ਰਹੇ ਨੇ ਔਰ ਬਹੁਤ ਸਾਰੇ ਇਹਨਾਂ ਨੇ ਇਨਵੈਸਟੀਗੇਸ਼ਨਸ ਵੀ ਹੈੱਡ ਕੀਤੀਆਂ ਨੇ। ਅੱਜ ਸਾਡਾ ਇਹਨਾਂ ਨਾਲ ਜਿਹੜੀ ਗੱਲਬਾਤ ਕਰਨ ਦਾ ਮੁੱਦਾ ਹੈ, ਇੱਕ ਬਈ BJP ਦਾ ਕੀ ਸਟੈਂਡ ਹੈ ਬੇਅਦਬੀ ਦੇ ਮਾਮਲੇ 'ਤੇ। ਦੂਸਰਾ ਕਿ ਕੁੰਵਰ ਵਿਜੇ ਜਿਹੜੇ ਕਿ IG ਸੀ ਸਿੱਟ ਦੇ, ਉਹਨਾਂ ਨੇ ਚਲਾਨ ਪੇਸ਼ ਕੀਤਾ ਔਰ ਉਹ ਚਲਾਨ ਦੇ ਵਿੱਚ ਕੀ ਕੀ ਕਮੀਆਂ ਨੇ ਔਰ ਕਿਉਂ ਉਹ ਚਲਾਨ ਹਾਈ ਕੋਰਟ ਦੇ ਵਿੱਚ ਖੜਾ ਨਹੀਂ ਹੋ ਸਕਿਆ ਔਰ ਹਾਈ ਕੋਰਟ ਨੂੰ ਇੰਨੇ ਸਟ੍ਰਿਕਟ ਆਰਡਰ ਪਾਸ ਕਰਨਾ ਪਿਆ। ਸਰ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਮੰਗੀਏ ਜੀ। ਸਰ, ਮੇਰਾ ਪਹਿਲਾ ਸਵਾਲ ਇਹ ਹੈ ਕਿ ਬੇਅਦਬੀ ਹੋਈ, ਬੇਅਦਬੀ ਤੋਂ ਬਾਅਦ ਗੋਲੀकांड ਹੋਇਆ, BJP ਕੀ ਸੋਚਦੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਭਾਰਤੀ ਸੁਪਰੀਮ ਕੋਰਟ ਨੇ ਇੱਕ ਪਰਸਨ ਦੇ ਤੌਰ ਤੇ ਡਿਕਲੇਅਰ ਕੀਤਾ ਹੈ ਔਰ ਉਹ ਵਿਸ਼ਵ ਗੁਰੂ ਨੇ, ਉਹਨਾਂ ਦੀ ਜਿਹੜੀ ਬੇਅਦਬੀ ਹੋਈ ਹੈ ਔਰ ਜਿਹੜੇ ਉਹਨਾਂ ਦੇ ਅੰਗ ਪਾੜੇ ਗਏ ਔਰ ਉਹਨਾਂ ਦੀ ਬੇਅਦਬੀ ਹੋਈ ਜੂਨ 2015 ਤੋਂ ਲੈ ਕੇ, ਉਹ ਸਾਰੇ ਦੋਸ਼ੀ ਫੜੇ ਜਾਣੇ ਚਾਹੀਦੇ ਆ। ਦੋਸ਼ੀਆਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਔਰ ਜਿਹੜੀ ਇਹ ਬੇਗੁਨਾਹ ਲੋਕਾਂ ਤੇ, ਪੀਸਫੁਲ ਐਜੀਟੇਟਰਸ ਤੇ ਗੋਲੀ ਚੱਲੀ ਹੈ, ਉਹਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਔਰ ਜਿਹੜੇ ਅਸਲ ਮੁਲਜ਼ਮ ਹੈ ਉਹ ਸਜ਼ਾ ਹੋਣੇ ਚਾਹੀਦੇ ਆ। ਤੇ ਮੈਂ ਜਾਤੀ ਤੌਰ ਤੇ ਵੀ ਚਾਹੁੰਦਾ ਦੋਸ਼ੀ ਫੜੇ ਜਾਣ ਔਰ ਅਸੀਂ ਜਮਾਤੀ ਤੌਰ ਤੇ ਭਾਰਤੀ ਜਨਤਾ ਪਾਰਟੀ ਵੀ ਚਾਹੁੰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੋਈ ਵੀ ਦੋਸ਼ੀ ਬਚਣਾ ਨਹੀਂ ਚਾਹੀਦਾ। ਸਰ, ਆਹ ਚਲਾਨ ਹੈ, ਇਹ ਚਲਾਨ ਤੁਸੀਂ ਵੇਖਿਆ ਵੀ ਹੈ। ਇਹ ਚਾਰਜ ਸ਼ੀਟ ਮੈਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਦਿਖਾ ਦਿੰਦਾ। ਸਰ, ਇਹ ਚਲਾਨ ਦੇ ਵਿੱਚ ਕਿਤੇ ਵੀ ਕੁੰਵਰ ਵਿਜੇ ਨੇ ਨਾ ਤਾਂ ਸੁਮੇਧ ਸਿੰਘ ਸੈਣੀ ਨੂੰ ਦੋਸ਼ੀ ਬਣਾਇਆ ਤੇ ਨਾ ਬਣਾਇਆ ਬਾਦਲਾਂ ਨੂੰ, ਪਰ ਥੱਲੇ ਉਹਨੇ ਬਹੁਤ ਕੁਝ ਲਿਖਤਾ ਹੈ। ਤੇ ਤੁਹਾਨੂੰ ਕੀ ਇਸ ਚਲਾਨ ਦੇ ਵਿੱਚ ਜਿਹੜੀਆਂ ਮੇਨ ਕਮੀਆਂ ਨੇ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਹ ਕਿਉਂ ਇੰਨਾ ਵੀਕ ਚਲਾਨ ਬਣਾਇਆ ਗਿਆ? ਮੂੰਗੀਆ ਜੀ, ਮੇਰੇ ਕੋਲ ਨਾ ਇਹ ਚਾਰੇ ਹੀ ਜਿਹੜੀਆਂ ਉਹਨਾਂ ਨੇ ਰਿਪੋਰਟਾਂ ਸਬਮਿਟ ਕੀਤੀਆਂ ਨੇ, ਉਹਨਾਂ ਦੀਆਂ ਕਾਪੀਜ਼ ਹੈਗੀਆਂ ਨੇ ਜੀ, ਕਿਉਂਕਿ ਇਹ ਹਰ ਇੱਕ ਬੰਦੇ ਨਾਲ ਸੰਬੰਧਿਤ ਹੈ। ਮੈਂ ਵੀ ਉਹਨੂੰ ਬੜੇ ਥਾਰੋਲੀ ਪੜ੍ਹਿਆ ਔਰ ਵੇਖਿਆ। ਪਹਿਲੀ ਗੱਲ ਤਾਂ ਇਹ ਹੈ ਕਿ 2015 ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਵਕਤ ਦੀਆਂ ਸਰਕਾਰਾਂ ਜਿਹੜੀਆਂ ਉਹ ਰਾਜਨੀਤੀ ਕਰਦੀਆਂ ਆ ਰਹੀਆਂ। ਬਹੁਤੇ ਲੋਕਾਂ ਦੇ ਧਿਆਨ 'ਚ ਨਹੀਂ ਹੋਣਾ, ਜਦੋਂ ਗੋਲੀकांड ਹੋਇਆ ਉਦੋਂ ਸੁਮੇਧ ਸਿੰਘ ਸੈਣੀ ਦੀ ਟਰਾਂਸਫਰ ਜਿਹੜੀ ਹੈ ਨਾ,
ਉਹ ਵੀ ਉਹਦੇ ਲਈ ਮੈਂ ਰਿਕੁਐਸਟ ਉਦੋਂ ਸਾਡੀ ਮੀਟਿੰਗ ਸੀ ਕੀਤੀ ਸੀਗੀ ਤੇ ਉਸ ਵੇਲੇ ਦੇ ਹੋਮ ਮਿਨਿਸਟਰ ਸ਼੍ਰੀ ਰਾਜਨਾਥ ਸਿੰਘ ਜੀ ਨੇ ਉਹਨਾਂ ਦੇ ਉਸੇ ਵੇਲੇ ਬਾਦਲ ਸਾਹਿਬ ਨੂੰ ਕਹਿ ਕੇ ਤੇ ਉਹਨਾਂ ਦੀ ਬਦਲੀ ਕਰਵਾਈ ਸੀ। ਅਸੀਂ ਉਦੋਂ ਹੀ ਚਾਹੁੰਦੇ ਸੀ ਕਿ ਇਨਸਾਫ ਹੋਵੇ, ਲੇਕਿਨ ਜੋਰਾ ਸਿੰਘ ਕਮਿਸ਼ਨ ਵੀ ਬਣਿਆ ਤੇ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਅੱਜ ਤੱਕ ਕਿਸੇ ਨੇ ਨਹੀਂ ਵੇਖੀ। ਉਸ ਤੋਂ ਬਾਅਦ ਰਾਜਨੀਤਿਕ ਹੋਈ, ਫਿਰ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣ ਗਿਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਵੀ ਰਾਜਨੀਤੀ ਨਾਲ ਗੱਲ ਹੋਈ, ਵਿਧਾਨ ਸਭਾ ਦੇ ਵਿੱਚ ਬੜੀ ਚਰਚਾ ਹੋਈ, ਲੇਕਿਨ ਨਿਕਲਿਆ ਕਿ ਇਟਸ ਅ ਟੋਟਲੀ ਅਨਪ੍ਰੋਫੈਸ਼ਨਲ ਜਿਹੜੀ ਹੈ ਨਾ ਇਨਵੈਸਟੀਗੇਸ਼ਨ ਹੈ, ਜਿਹਦਾ ਨਾ ਸਿਰ ਹੈ ਨਾ ਮੂੰਹ ਹੈ। ਪੋਲੀਟੀਕਲ ਮੋਟੀਵੇਟਿਡ ਇਨਵੈਸਟੀਗੇਸ਼ਨ ਜਾਂ ਪਰਸਨਲ ਏਜੰਡਾ ਰੱਖ ਲਓ। ਮੈਨੂੰ ਇਹ ਨਹੀਂ ਪਤਾ ਵੀ ਕੈਪਟਨ ਸਾਹਿਬ ਸਿਰਫ ਡਰਾਮਾ ਕਰਨਾ ਚਾਹੁੰਦੇ ਆ, ਕੈਪਟਨ ਅਮਰਿੰਦਰ ਸਿੰਘ ਜੀ, ਜਾਂ ਉਹਨਾਂ ਨੇ ਸਿਲੈਕਟ ਹੀ ਉਹ ਬੰਦਾ ਕੀਤਾ ਜਿਹੜਾ ਡਰਾਮੇਬਾਜ਼ੀ ਦਾ ਮਾਹਰ ਹੈ। ਤੁਸੀਂ ਇੱਕ ਸਿੱਟ ਬਣਾਈ ਸਰਦਾਰ ਚਟੋਪਾਧਿਆ ਦੇ ਥੱਲੇ, ਗਵਰਨਮੈਂਟ ਨੇ ਬਣਾਈ। ਜੇ ਉਹਦੇ 'ਚ ਕੋਈ ਦੋਸ਼ੀ ਪਾਇਆ ਗਿਆ, ਇਹ ਮੈਂਬਰ ਸੀ ਕੰਵਰ ਵਿਜੇ ਪ੍ਰਤਾਪ ਸਿੰਘ ਜੀ, ਇਹਨਾਂ ਨੇ ਦਸਤਖਤ ਕਿਉਂ ਨਹੀਂ ਕੀਤੇ? ਉੱਥੇ ਇਹ ਕਹਿੰਦੇ ਕਿ ਮੈਂ ਇਹ ਸਿੱਟ ਨੂੰ ਮੰਨਦਾ ਹੀ ਨਹੀਂ, ਤੇ ਇੱਥੇ ਆ ਕੇ ਇਹ ਇਕੱਲਾ ਹੀ ਤੁਰਿਆ ਫਿਰਦਾ ਹੈ। ਜਿਹੜਾ ਇਨਵੈਸਟੀਗੇਸ਼ਨ ਜਿਹੜੇ ਪ੍ਰਬੋਧ ਕੁਮਾਰ ਜੀ ਹੈ, ਅਰੁਣਪਾਲ ਜੀ ਹੈਗੇ ਆ, ਜਾਂ ਜੋ ਸਤਿੰਦਰ ਸਿੰਘ ਜੀ ਹੈ, 3 ਮੈਂਬਰ, ਉਹ ਕਿਉਂ ਨਹੀਂ ਸਿੱਟ ਵਿੱਚ ਸ਼ਾਮਲ ਹੋਏ? ਦੇ ਇਟਸ ਟੋਟਲੀ ਇਨਡਿਸਿਪਲਿਨ, ਮਿਸਕੰਡਕਟ ਔਨ ਦੀ ਪਾਰਟ ਆਫ ਦਾ ਪੁਲਿਸ ਅਫਸਰਸ, ਔਰ ਇਹ ਸਾਰਿਆਂ ਦਾ ਪੰਜਾਬ ਦੇ ਹਰ ਵਿਅਕਤੀ ਦਾ ਮਜ਼ਾਕ ਬਣਾ ਰਹੇ ਆ। ਦੇ ਆਰ ਪਲੇਇੰਗ ਵਿਦ ਦੀ ਲਾਅ। ਜਿਹੜੀ ਇਹ ਕੋਈ ਮਜ਼ਾਕ ਥੋੜ੍ਹੀ ਹੈ ਕਿ ਤੁਹਾਡੀ ਇੱਕ ਸਿੱਟ ਬਣੀ ਹੈ, ਕੈਪਟਨ ਸਾਹਿਬ ਹੋਮ ਮਿਨਿਸਟਰ ਹੈ, ਉਹਨਾਂ ਨੂੰ ਜ਼ਿੰਮੇਵਾਰੀ ਲੈ ਕੇ ਅਸਤੀਫਾ ਦੇਣਾ ਚਾਹੀਦਾ। ਜੇ ਤੁਹਾਡੇ ਅਫਸਰ ਤੁਹਾਡੇ ਆਖੇ ਨਹੀਂ ਲੱਗਦੇ, 88 ਬੈਚ ਦਾ ਪ੍ਰਬੋਧ ਕੁਮਾਰ ਜੀ ਹੈਗੇ ਆ, ਕਿਉਂ ਨਹੀਂ ਉਹਨਾਂ ਨੇ ਸਾਈਨ ਕੀਤੇ? ਜੇ ਉਹ ਨਹੀਂ ਕਰਦੇ, ਇਟਸ ਇਨਡਿਸਿਪਲਿਨ ਔਨ ਦੀ ਪਾਰਟ ਆਫ ਦੀ ਅਫਸਰ। ਭਾਵੇਂ ਉਹ ਕੰਵਰ ਵਿਜੇ ਪ੍ਰਤਾਪ ਹੈਗਾ, ਇਹ ਇਕੱਲਾ ਹੀ ਕਿਉਂ ਸਾਈਨ ਕਰ ਗਿਆ? ਇਹਦੇ ਡੀਜੀਪੀ ਨੇ ਇਹਨੂੰ ਬੈਠ ਕਿਉਂ ਨਹੀਂ ਕੀਤਾ? ਸੋ ਦੇ ਆਰ ਆਲ ਰਿਸਪੋਂਸਿਬਲ ਫਾਰ ਦਿਸ। ਇਟਸ ਅ ਟੋਟਲੀ ਅਨਪ੍ਰੋਫੈਸ਼ਨਲ ਇਨਵੈਸਟੀਗੇਸ਼ਨ, ਜਿਹਦਾ ਮੈਂ ਸਮਝਦਾ ਕਿ ਕਦੇ 2019 'ਚ ਉਹ ਇਹਨਾਂ ਨੂੰ ਇੰਟੈਰੋਗੇਟ ਕਰ ਲੈਂਦੇ ਆ। ਸਮੇਤ ਸੈਣੀ ਨੂੰ ਵੀ ਇੰਟੈਰੋਗੇਟ ਹੋ ਗਿਆ, ਪ੍ਰਕਾਸ਼ ਸਿੰਘ ਬਾਦਲ ਵੀ ਇੰਟੈਰੋਗੇਟ ਹੋ ਗਿਆ, ਸੁਖਵੀਰ ਸਿੰਘ ਬਾਦਲ ਵੀ ਇੰਟੈਰੋਗੇਟ ਹੋ ਗਿਆ। ਫਿਰ ਜੇ ਤੁਹਾਡੇ ਕੋਲ ਉਦੋਂ ਐਵੀਡੈਂਸ ਸੀਗਾ, ਤੇ ਅੱਜ ਤੇ ਉਹਨਾਂ ਦਾ ਚਲਾਨ ਕਿਉਂ ਨਹੀਂ ਹੋਇਆ? ਸੈਣੀ ਦਾ ਚਲਾਨ ਕਿਉਂ ਲੇਟ ਹੋਇਆ? ਦੂਜੀ ਗੱਲ ਹੈ ਕਿ ਇਹ ਜਦੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਦੀ ਹੈ, ਉਹਦਾ ਮਕਸਦ ਹੁੰਦਾ ਕਿ ਉਹਨੂੰ ਸਪੈਸ਼ਲ ਰੋਲ ਦਿੱਤਾ ਜਾਂਦਾ। ਹੁਣ ਮੈਂ ਇਹਨੂੰ ਇਸ ਕਰਕੇ ਕਹਿ ਰਿਹਾ ਕਿ ਪ੍ਰਬੋਧ ਕੁਮਾਰ ਨੇ ਤਾਂ ਨਹੀਂ ਕੀਤੀ, ਸਾਈਨ ਨਹੀਂ ਕੀਤੇ, ਤਾਂ ਹੂ ਇਜ਼ ਦ ਨੈਕਸਟ ਡੀਜੀਪੀ? ਤੇ ਫਿਰ ਜੇ ਪ੍ਰਬੋਧ ਕੁਮਾਰ ਨੇ ਸਾਈਨ ਹੀ ਨਹੀਂ ਕੀਤੇ, ਹੀ ਇਜ਼ ਦਾ ਸੀਨੀਅਰ ਮੋਸਟ ਅਫਸਰ, ਇਹਦੀ ਜ਼ਿੰਮੇਵਾਰੀ ਬਣਦੀ ਸੀ ਪ੍ਰਬੋਧ ਕੁਮਾਰ ਦੀ ਕਿ ਇਹਨੂੰ ਵੈਟ ਕਰਦਾ ਕਿ ਇਨਵੈਸਟੀਗੇਸ਼ਨ ਠੀਕ ਲਾਈਨ 'ਤੇ ਹੋ ਰਹੀ ਹੈ। ਜਦੋਂ ਇੱਕ ਐਡੀ ਵੱਡੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੈ, ਤੇ ਡੀਜੀਪੀ ਕਿਵੇਂ ਚੁੱਪ ਕਰਕੇ ਬੈਠਾ ਹੈ? ਤੁਸੀਂ ਦੇਖੋ, ਭਾਵੇਂ ਜੋ ਮਰਜ਼ੀ ਹੈ, ਦਿਸ ਲੀਗਲ ਕਿ ਇਟ ਇਜ਼ ਵੈਟਡ ਬਾਈ ਦਾ ਲੀਗਲ ਅਥਾਰਟੀਜ਼ ਆਲਸੋ, ਕਿਉਂਕਿ ਜਦੋਂ ਚਲਾਨ ਅਦਾਲਤ 'ਤੇ ਦਿੱਤਾ ਜਾਂਦਾ ਹੈ, ਪ੍ਰੋਸੈਸ ਇਹ ਹੈ ਕਿ ਸਰਕਾਰੀ ਵਕੀਲ ਇਹਨੂੰ ਜਿਹੜਾ ਹੈ ਬੈਟ ਕਰਦਾ। ਕਿਹੜੇ ਸਰਕਾਰੀ ਵਕੀਲ ਨੇ ਬੈਟ ਕੀਤੀ ਹੈ? ਇਹ ਝੂਠ ਦਾ ਪਲੰਦਾ ਲੈ ਕੇ ਤੁਰਿਆ ਫਿਰਦਾ, ਔਰ ਇਹਨੂੰ ਝੂਠ ਬਣਾਉਣ ਦੀ ਆਦਤ ਹੈ। ਮੈਂ ਪਰਸਨਲੀ ਗੱਲ ਕਰਦਾ, ਇਹਨੇ ਹਰਦੀਸ਼ ਰੰਧਾਵਾ DIG ਸੀਗੇ ਫਿਰੋਜ਼ਪੁਰ ਰੇਂਜ, 2007 'ਚ ਕੁਛ ਦਿਨ ਲਈ SSP ਇਲੈਕਸ਼ਨ ਕਮਿਸ਼ਨ ਨੇ ਲਾਇਆ, ਸ਼ਾਇਦ 2 ਮਹੀਨੇ 1.5 ਮਹੀਨੇ, ਇਹਨੇ ਉੱਥੇ ਜਾ ਕੇ ਉਹ ਹਰਦੀਸ਼ ਰੰਧਾਵੇ 'ਤੇ ਪਰਚਾ ਦੇ ਦਿੱਤਾ। ਮੈਨੂੰ ਇਹ ਦੱਸੋ ਉਸ ਪਰਚੇ ਦਾ ਬਣਿਆ ਕੀ? ਵਾਟ ਇਜ਼ ਦੀ ਅਲਟੀਮੇਟ? ਹਰਦੀਸ਼ ਤਾਂ ਮੁੜ ਕੇ IG ਵੀ ਬਣ ਗਿਆ ਸੀ, ਵਿਚਾਰਾ ਇਸ ਸੰਸਾਰ 'ਚ ਨਹੀਂ ਰਿਹਾ। ਫਿਰ ਸਰਕਾਰ ਨੇ ਉਹਦੇ ਬੇਟੇ ਨੂੰ ਵੀ ਭਰਤੀ ਕਰ ਲਿਆ। ਜੇ ਉਹਦਾ ਅਪਰਾਧੀ ਸੀਗਾ, ਹੀ ਸ਼ੁੱਡ ਹੈਵ ਬੀਨ ਡਿਸਮਿਸਡ, ਪਰ ਇਹਨੇ ਉਹਦੇ ਤੇ ਦਾਗ ਲਾਇਆ ਤੇ ਨਿਕਲਿਆ ਕੁਛ ਵੀ ਨਹੀਂ। ਦੂਸਰੀ ਤਰ੍ਹਾਂ ਹੀ ਇਹਨੇ ਹਰਬੰਸ ਸਿੰਘ ਢਿੱਲੋਂ ਨਾਂ ਦੇ NRI ਨੇ, ਅਮਰੀਕਾ ਦੇ ਉਹ ਰਹਿਣ ਵਾਲੇ ਆ, ਉਹਨਾਂ ਦੇ ਨਾਂ 'ਤੇ ਹਰਬੰਸ ਸਿੰਘ ਢਿੱਲੋਂ ਸਟਰੀਟ ਹੈਗੀ ਨਿਊਯਾਰਕ ਦੇ ਵਿੱਚ। ਇੰਨੇ ਵੱਡੇ ਸਮਾਜ ਸੇਵੀ ਹੈ, ਬਹੁਤ ਵੱਡੇ ਕਾਰੋਬਾਰੀ ਹੈ, ਔਰ 50 ਤੋਂ ਜ਼ਿਆਦਾ ਉਹਨਾਂ ਦੇ ਪੈਟਰੋਲ ਪੰਪ ਹੈਗੇ ਆ ਨਿਊਯਾਰਕ ਦੇ ਵਿੱਚ, ਨਿਊ ਜਰਸੀ ਦੇ ਵਿੱਚ। ਹੋਰ ਬੜਾ ਵੱਡਾ ਕਾਰੋਬਾਰੀ ਹੈ। ਉਹ ਇੱਥੇ ਆਏ ਆਪਣੇ ਕਿਸੇ ਰਿਸ਼ਤੇਦਾਰ ਦਾ ਇਲਾਜ ਕਰਾਉਣ, ਇਹਨੇ ਉਹਨੇ 'ਤੇ ਝੂਠਾ ਪਰਚਾ ਦੇ ਕੇ ਅੰਦਰ ਦੇ ਦਿੱਤੇ, ਔਰ ਉਹ ਵਿਚਾਰਾ 2 ਸਾਲ ਇੱਥੇ ਘੁੰਮਦਾ ਰਿਹਾ, ਮੁੜ ਕੇ ਬਰੀ ਹੋਇਆ। ਤੇ ਉਹ ਇਸ ਕਰਕੇ ਉਹਨਾਂ ਨੇ ਇਹਦੇ 'ਤੇ ਨਹੀਂ ਕੀਤਾ ਕੇਸ ਕਿ ਜੇ ਅਸੀਂ ਗਏ ਤੇ 2 ਸਾਲ ਤਾਂ ਹੁਣ ਆਏ ਆ, ਤੇ ਹੁਣ ਸਾਨੂੰ ਬਾਹਰੋਂ ਫੇਰ ਆਉਣਾ ਪੈਣਾ। ਉਸ ਵੇਲੇ ਦੀ ਸਰਕਾਰ ਨੇ ਵੀ
ਕੋਈ ਬਾਂਹ ਨਹੀਂ ਫੜੀ। ਉਸ ਵੇਲੇ ਇਹਨੂੰ ਯੂਜ਼ ਕਰ ਰਿਹਾ ਸੀ ਅਕਾਲੀ, ਐਂਡ ਹੀ ਵਾਜ਼ ਬੀਇੰਗ ਯੂਜ਼ਡ ਬਾਈ ਦੈਮ। ਮੈਂ ਤਾਂ ਸਾਫ਼ ਕਹਿਣਾ, ਅਸੀਂ ਉੱਥੇ ਦੇਖਿਆ ਇਹ, ਮੈਂ ਇਹਨੂੰ ਅਕਾਲੀਆਂ ਦੇ ਪੈਰੀਂ ਹੱਥ ਲਾਉਂਦਾ ਵੀ ਵੇਖਿਆ, ਕਿਉਂਕਿ ਅਸੀਂ ਤਾਂ ਇਕੱਠਿਆਂ ਨੇ ਕੰਮ ਕੀਤਾ। 2007 ਤੋਂ 2009 ਮੈਂ ਵੀ SSP ਅੰਮ੍ਰਿਤਸਰ ਸੀਗਾ, ਰੂਰਲ ਏਰੀਆ, ਤੇ ਇਹ ਅਰਬਨ ਏਰੀਆ 'ਚ ਸੀ। ਆਈ ਨੋ ਹਿਸ ਕੰਡਕਟ। ਹੀ ਵਾਜ਼ ਆਲਵੇਜ਼ ਇਨ ਦੀ ਕੰਪਨੀ ਆਫ, ਭਾਵੇਂ ਲਾਅ ਐਂਡ ਆਰਡਰ ਦਰਬਾਰ ਸਾਹਿਬ 'ਚ ਝਗੜਾ ਹੋ ਰਿਹਾ ਹੈ, ਇਹ ਸ਼੍ਰੀਮਾਨ ਜੀ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀਗੇ ਉਹਦੇ ਨਾਲ ਬਹਿ ਕੇ। ਸੋ ਮੈਂ ਇਹਦਾ ਕੋਈ ਪ੍ਰੋਫੈਸ਼ਨਲੀ ਕੋਈ ਚੰਗਾ ਕੰਮ ਇਹ ਕੀਤਾ ਵਿਖਾ ਦੇ ਤੇ ਅਸੀਂ ਸਮਝਾਂਗੇ ਕਿ ਲੋਕਾਂ ਨੂੰ ਇਹਦੀ, ਲੋਕੀ ਸਾਡੇ ਨੂੰ ਆਦਤ ਹੈ ਵੀ ਜਿਹੜਾ ਝੂਠ ਬੋਲ ਕੇ ਅੱਗੇ ਲੱਗ ਗਿਆ ਉਸੇ ਤੇ ਤੁਰੇ ਫਿਰਦੇ ਆ। ਸੋ ਇਹੋ ਜਿਹੇ ਪਖੰਡੀ, ਜਿਹੜਾ ਅਨਪ੍ਰੋਫੈਸ਼ਨਲ, ਇਨਡਿਸਿਪਲਿਨਡ ਅਫਸਰ, ਦੇ ਡਿਜ਼ਰਵਸ ਟੂ ਬੀ ਡਿਸਮਿਸਡ। ਹਾਲੇ ਕਿਹੜਾ ਉਹਦਾ ਚਲਾਨ, ਜਿਹੜੇ ਕੇਸ ਜਿਹੜਾ ਉਹਦੀ ਕੋਈ ਰੈਜ਼ਿਗਨੇਸ਼ਨ ਗਵਰਨਮੈਂਟ ਆਫ ਇੰਡੀਆ ਨੇ ਮੰਨ ਲਿਆ। ਤੇ ਮੈਂ ਸਮਝਦਾ ਕੈਪਟਨ ਸਾਹਿਬ ਦਾ, ਜਿਹੜੀ ਮੈਨੂੰ ਕੋਈ ਸ਼ਬਦ ਇਹਨਾਂ ਬਾਰੇ ਕਹਿਣਾ ਨਹੀਂ ਚਾਹੀਦਾ, ਕੈਪਟਨ ਅਮਰਿੰਦਰ ਸਿੰਘ ਜੀ ਬਾਰੇ, ਇਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਦਿਸ ਇਜ਼ ਇਨਡਿਸਿਪਲਿਨ। ਹੀ ਸ਼ੁੱਡ ਬੀ ਉਹਨੂੰ ਹੈਲਡ ਰਿਸਪੌਂਸਿਬਲ, ਉਹਨੂੰ ਚਾਰਜ ਸ਼ੀਟ ਕਰਕੇ ਡਿਸਮਿਸ ਕਰੋ। ਹਾਂ, ਇਹ ਤੁਸੀਂ ਬਹੁਤ ਸਾਡੇ ਦਰਸ਼ਕਾਂ ਨੂੰ ਵੱਡੀ ਗੱਲ ਦੱਸੀ ਹੈ ਕਿ ਕੁੰਵਰ ਵਿਜੇ ਦਾ ਜੋ ਕੰਡਕਟ ਹੈ ਉਹ ਬੇਸਿਕਲੀ ਇਟ ਇਜ਼ ਇਨਡਿਸਿਪਲਿਨ, ਔਰ ਉਸ ਨੂੰ ਇਮੀਡੀਏਟਲੀ CM ਸਾਹਿਬ ਨੂੰ ਰਾਦਰ ਰੈਜ਼ੀਗਨੇਸ਼ਨ ਅਸੈਪਟ ਕਰਨ ਦੇ ਬਜਾਏ ਉਹਨਾਂ ਤੇ ਪਰਚਾ ਦੇ ਕੇ ਉਹਨੂੰ ਅੰਦਰ ਕਰਨਾ ਚਾਹੀਦਾ ਸੀ। ਨਹੀਂ, ਹੁਣ ਵੀ ਦੇਖੋ ਉਹਦੇ ਖਿਲਾਫ ਚਾਰਜ ਸ਼ੀਟ ਹੋਣੀ ਚਾਹੀਦੀ ਹੈ। 4 ਬੰਦਿਆਂ ਦੀ ਟੀਮ ਬਣੇ ਤੇ ਇੱਕ ਬੰਦਾ ਦਸਤਖਤ ਕਰੇ, 3 ਦਸਤਖਤ ਹੀ ਨਾ ਕਰਨ। ਨਹੀਂ ਸਰ, ਮੈਂ ਇਹ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਜਦੋਂ 3 ਬੰਦਿਆਂ ਨੇ ਸਾਈਨ ਨਹੀਂ ਕੀਤੇ ਔਰ ਕੋਰਟ ਦੇ ਵਿੱਚ ਇਹਨੇ ਚਲਾਨ ਪੇਸ਼ ਕਰਤਾ, ਔਰ ਉਹ ਜਦੋਂ 3 ਬੰਦਿਆਂ ਨੇ ਸਾਈਨ ਹੀ ਨਹੀਂ ਕੀਤੇ ਤੇ ਵੈਸੇ ਹੀ ਸਟੈਂਡ ਨਹੀਂ ਕਰਦਾ ਕਿਤੇ, ਤੇ ਇਹ ਫਿਰ ਜਿਹੜਾ NIA ਨੇ ਥੱਲੇ ਹਿਸਟਰੀ ਲਿਖੀ ਹੈ ਸਾਰਾ ਕੁਝ ਵੀ ਸੁਮੇਧ ਸਿੰਘ ਸੈਣੀ ਬਾਰੇ ਔਰ ਪਰਮਰਾਜ ਉਮਰਾ ਨੰਗਲ ਔਰ ਅਕਾਲੀ ਦਲ ਬਾਰੇ ਮਨਤਾਰ ਬਰਾੜ ਔਰ ਸੁਖਬੀਰ ਬਾਦਲ ਬਾਰੇ ਸਾਰਾ ਕੁਝ ਲਿਖਿਆ, ਪਰ ਇਹਨੇ ਜਿਹੜਾ ਮੇਨ ਕਾਗਜ਼ ਹੈ ਉਹਦੇ ਵਿੱਚ ਤਾਂ ਇਹਨੇ ਕਿਸੇ ਨੂੰ ਅਕਿਊਜ਼ਡ ਬਣਾਇਆ ਹੀ ਨਹੀਂ। ਮੋਗਿਆ ਜੀ, ਬੜੀ ਸਿੰਪਲ ਜੀ ਗੱਲ ਹੈ। ਹੂ ਫਾਇਰਡ ਐਟ ਦੋਜ਼ ਪੀਪਲ, ਇਹ ਤਾਂ ਇਨਵੈਸਟੀਗੇਸ਼ਨ ਕਰ ਰਿਹਾ ਗੋਲੀ ਕਾਂਡ ਦੀ। ਮੈਂ ਉਹ ਜਿਹੜੇ ਗੋਲੀ ਮਾਰਨ ਵਾਲੇ ਸੀ, ਉਹ ਤਾਂ ਜਿਹੜੀ ਲਿਸਟ ਆਪ ਜੀ ਦਿਖਾ ਰਹੇ ਹੋ, ਲਿਸਟ ਆਫ ਅਕਿਊਜ਼ਡ ਹੈ, ਇਹ ਤਾਂ ਸਾਰੇ ਅਬੈਟਰ ਹੋ ਸਕਦੇ ਆ, ਇਹ ਕੌਨਸੀਪਰੇਟਰ ਹੋ ਸਕਦੇ ਆ, ਲੇਕਿਨ ਗੋਲੀ ਕਿਹਨੇ ਮਾਰੀ ਉਹਦਾ ਕੋਈ ਜ਼ਿਕਰ ਨਹੀਂ ਹੈਗਾ। ਇਹਦਾ ਮਤਲਬ ਹੈ ਜਿਹੜੇ ਦੇਖੋ ਉਹਨੇ ਕੋਸ਼ਿਸ਼ ਕੀਤੀ, ਮੈਨੂੰ ਸਮਝਦਾ ਨਹੀਂ ਵੀ ਇਹਨੂੰ ਸ਼ਾਇਦ ਇਨਵੈਸਟੀਗੇਸ਼ਨ ਦੀ ABC ਵੀ ਨਹੀਂ ਆਉਂਦੀ, ਕਿਉਂਕਿ ਜਿਹੜਾ ਆਰਟੀਕਲ 20 ਹੈਗਾ ਉਹਦੇ 'ਚ ਕਿਸੇ ਦੋਸ਼ੀ ਨੂੰ ਆਪਣੇ ਖਿਲਾਫ ਗਵਾਹ ਨਹੀਂ ਬਣਾਇਆ ਜਾ ਸਕਦਾ। ਇਹਨੇ ਮੁਲਜ਼ਮਾਂ ਦੇ ਬਿਆਨ 173 ਦੀ ਰਿਪੋਰਟ 'ਚ ਲਿਖੇ ਹੋਏ ਆ। ਜਿਹੜਾ ਦੂਜੀ ਗੱਲ ਹੈ ਕਿ ਇਹਨੂੰ ਜਿਹੜਾ ਜਿਵੇਂ ਐਸ ਕੰਵਰ ਵਿਜੇ ਪ੍ਰਤਾਪ ਦਾ ਕੰਮ ਦੂਜਾ ਹੈਗਾ ਕਿ ਜਿਹੜੇ ਬੰਦਿਆਂ ਦੇ ਲਿਖਿਆ ਬਿਆਨ ਉਹਨਾਂ ਨੂੰ ਜਿਹੜੇ ਦੋਸ਼ੀ ਬਣਾਤੇ ਕਿ ਉਹਨੇ ਬਾਦਲ ਸਰਕਾਰ ਨੇ ਕੀਤਾ। ਸੁਖਬੀਰ ਤੁਸੀਂ ਇੰਟਰੋਗੇਟ ਕਰ ਲਿਆ, ਤੁਸੀਂ ਇਹ ਕੀ ਕਰ ਰਹੇ ਹੋ? ਪਿਕ ਐਂਡ ਚੂਜ਼, ਕਦੇ ਇੱਕ ਉਮਰਾ ਨੰਗਲ ਨੂੰ ਫੜ ਲਿਆ, ਕਦੇ ਸੈਣੀ ਨੂੰ ਫੜ ਲਿਆ, ਹੁਣ ਕਦੋਂ ਮਤਲਬ ਤੁਸੀਂ ਯੂ ਆਰ ਪਲੇਇੰਗ ਪੋਲੀਟਿਕਸ। ਔਰ ਜਿਹੜੀ ਕੋਰਟ ਹੈ, ਜਿਹੜਾ ਸਾਡਾ CRPC ਹੈ, ਉਹ 2 ਗੱਲਾਂ ਦੀ ਇਜਾਜ਼ਤ ਦਿੰਦੀ ਹੈ। ਇੱਕ ਹੈ ਕਿ ਯੂ ਹੈਵ ਟੂ ਕੰਪਲੀਟ ਦੀ ਇਨਵੈਸਟੀਗੇਸ਼ਨ ਵਿਦਿਨ 30 ਡੇਜ਼ ਆਫਟਰ ਦੀ ਅਰੈਸਟ ਆਫ ਦੀ ਅਕਿਊਜ਼। ਦੂਜਾ ਜੇ ਮਰਡਰ ਕੇਸਿਸ ਹੈ ਤੇ 90 ਡੇਜ਼ ਹੈ। ਮਿਸਲ ਤੁਹਾਡੇ ਕੋਲ ਹੈ, SIT ਤੁਹਾਡੀ ਬਣੀ ਹੋਈ ਹੈ, ਤੁਸੀਂ 2018 ਤੋਂ ਇਸ ਕੰਮ 'ਚ ਲੱਗੇ ਹੋਏ ਹੋ, 2021 ਆ ਗਿਆ, 3 ਮਹੀਨੇ ਦਾ ਕੰਮ ਤੁਹਾਡੇ ਕੋਲ 3 ਸਾਲ 'ਚ ਨਹੀਂ ਹੋਇਆ ਤੇ ਹਲੇ ਵੀ ਤੁਸੀਂ ਸਪਲੀਮੈਂਟਰੀ ਚਲਾਨ ਦੇ ਰਹੇ ਹੋ। ਇਹ ਇੱਕ ਤਮਾਸ਼ਾ ਹੋ ਰਿਹਾ, ਇੱਕ ਡਰਾਮਾ ਹੋ ਰਿਹਾ ਲੋਕਾਂ ਨੂੰ ਬੇਵਕੂਫ ਬਣਾਉਣ ਦਾ। ਇਸੇ ਤਰ੍ਹਾਂ ਦਾ ਡਰਾਮਾ ਵਿਧਾਨ ਸਭਾ 'ਚ ਹੋਇਆ, ਜਿੱਥੇ ਉੱਚੀਆਂ ਗੱਲਾਂ ਕਰਕੇ ਇੱਕ ਦੂਜੇ ਨੂੰ, ਜਿਹੜੀ ਹੈ ਨਾ, ਮੈਂ ਤਾਂ ਇਹਨਾਂ ਨੂੰ ਭੰਡ ਦਾ ਡਰਾਮਾ ਕਹਿੰਦਾ ਹੁੰਦਾ। ਭੰਡ ਦੋਵੇਂ ਰਲੇ ਹੁੰਦੇ ਆ। ਇਹ ਭਾਵੇਂ 2015 ਵਾਲੀ ਗੌਰਮੈਂਟ ਹੋਵੇ ਤੇ ਭਾਵੇਂ ਪ੍ਰੈਜ਼ੈਂਟ ਗੌਰਮੈਂਟ ਹੋਵੇ, ਇਹ ਦੋਵੇਂ ਭੰਡ ਆ। ਇਹਨਾਂ ਨੇ ਅਸਲ ਮੁੱਦੇ ਤੇ ਆਏ ਨਹੀਂ। ਲੋਕਾਂ ਨਾਲ ਕੀ ਡਰਾਮਾ ਕਰ ਰਹੇ ਹੋ ਤੁਸੀਂ? ਲੋਕਾਂ ਨੂੰ ਮਜ਼ਾਕ ਬਣਾਇਆ ਹੋਇਆ। ਇਹ ਕੰਵਰ ਵਿਜੇ ਪ੍ਰਤਾਪ ਵੀ ਇੱਕ ਪਾਤਰ ਹੈ ਉਸ ਡਰਾਮੇ ਦਾ। ਉਸ ਡਰਾਮੇ ਦਾ ਪਾਤਰ ਜੋਰਾ ਸਿੰਘ ਵੀ ਸੀ, ਜਿਹੜਾ ਮੁੜ ਕੇ ਆ ਕੇ ਜੇ ਤੂੰ ਕਮਿਸ਼ਨ ਦੀ ਰਿਪੋਰਟ ਦਿੱਤੀ ਹੈ, ਤੂੰ ਉਹਨੂੰ ਵੀ ਕਰ, ਉਹਨੇ ਭੱਜ ਕੇ ਜਾ ਕੇ ਆਮ ਆਦਮੀ ਪਾਰਟੀ 'ਚੋਂ ਇਲੈਕਸ਼ਨ ਲੜ ਲਿਆ ਐਂਡ ਹੀ ਲੋਸਟ ਦੀ ਇਲੈਕਸ਼ਨ। ਲੋਕ ਜਾਣਦੇ ਸੀ ਇਹ ਡਰਾਮਾ ਕੀ ਹੋ ਰਿਹਾ। ਤੇਰੇ 'ਚ ਇੰਨੀ ਗੈਰਤ ਨਹੀਂ ਕਿ ਤੇਰੀ ਰਿਪੋਰਟ ਨਹੀਂ ਲੈਣ ਆ ਰਿਹਾ ਕੋਈ ਬੰਦਾ, ਤੇ ਤੂੰ ਕਿਹੜਾ ਹੀ ਗੱਲ ਦਾ ਜੱਜ ਹੋਇਆ ਤੇ ਕੀ ਜੱਜ ਰਿਹਾ ਤੂੰ ਉੱਥੇ? ਇਹ ਵੀ ਮੈਨੂੰ ਲੱਗਦਾ ਹੈ ਵੀ ਕੰਵਰ ਵਿਜੇ ਪ੍ਰਤਾਪ ਦਾ ਵੀ ਕੋਈ ਹੋਰ ਏਜੰਡਾ ਹੋਣਾ। ਇਹ ਤਾਂ ਏਜੰਡਾ ਹੈ ਨਹੀਂ।
ਹਾਂਜੀ ਕਿ ਉਹਨਾਂ ਇਸ ਬੰਦਿਆਂ ਨੂੰ ਸਜ਼ਾ ਕਰਾਉਣਾ, ਉਹਦੇ ਖਿਲਾਫ ਮੈਂ ਸਮਝਦਾ, ਮੈਂ ਜਿਹੜਾ ਨਾ ਤੁਹਾਡੇ ਰਾਹੀਂ ਸਾਰੇ ਉਹਨਾਂ ਨੂੰ ਕਹਿੰਦਾ ਮੈਨੂੰ ਇੱਕ ਐਵੀਡੈਂਸ ਦੱਸ ਦਿਓ ਜਿਹਦੇ ਤੇ ਕੋਰਟ ਇਹਨਾਂ ਨੂੰ ਸਜ਼ਾ ਦੇ ਦੇ। ਇੱਕ ਐਵੀਡੈਂਸ ਨਹੀਂ ਹੈਗੀ ਜਿਹਦੇ ਨਾਲ ਮੁਲਜ਼ਮ ਨੂੰ ਜਿਹੜਾ ਹਾਊ ਟੂ ਕਨੈਕਟ ਦੀ ਅਕਿਊਜ਼ ਵਿਦ ਦਾ ਕ੍ਰਾਈਮ ਇਸ ਦੀ ਡਿਊਟੀ ਆਫ ਦਾ ਪ੍ਰੋਫੈਸ਼ਨ। ਅਸੀਂ ਮੁਲਜ਼ਮ ਨੂੰ ਦੇ ਖਿਲਾਫ ਸਬੂਤ ਇਨਕੁਆਰੀ ਅਫਸਰ ਨੇ ਦੇਣੇ ਹੁੰਦੇ ਆ, ਇਨਵੈਸਟੀਗੇਟਿੰਗ ਅਫਸਰ ਨੇ ਦੇਣੇ ਹੁੰਦੇ ਆ, ਨਾ ਕਿ ਮੁਲਜ਼ਮ ਨੇ ਆਪਣੇ ਖਿਲਾਫ ਆਪ ਸਬੂਤ ਦੇਣੇ ਹੁੰਦੇ ਆ। ਮੈਨੂੰ ਇਹ ਦੱਸੋ ਜਿੱਥੇ ਕਿੱਥੇ ਹੈ ਐਸੀ ਐਵੀਡੈਂਸ ਜਿਹਦੇ 'ਚ ਮੁਲਜ਼ਮ ਭੱਜ ਕੇ ਨਾ ਜਾ ਸਕੇ, ਨਾ ਸੁਖਬੀਰ ਭੱਜ ਕੇ ਜਾ ਸਕੇ, ਨਾ ਵੱਡਾ ਬਾਦਲ ਸਾਹਿਬ ਭੱਜ ਕੇ ਜਾ ਸਕਣ, ਨਾ ਕੋਈ ਸੈਣੀ ਭੱਜ ਕੇ ਜਾ ਸਕੇ, ਨਾ ਪਰਮਰਾਜ ਭੱਜ ਕੇ ਜਾ ਸਕੇ, ਨਾ ਚਰਨਜੀਤ ਭੱਜ ਕੇ ਜਾ ਸਕੇ। ਅਸਲ ਮੁਲਜ਼ਮ ਤਾਂ ਤੁਸੀਂ ਫੜਦੇ ਹੀ ਨਹੀਂ ਜਿਨ੍ਹਾਂ ਨੇ ਗੋਲੀ ਚਲਾਈ, ਜਿਨ੍ਹਾਂ ਨੇ ਲਾਅ ਨੂੰ ਦੇਰ ਇਜ਼ ਨੋ ਲਾਅ ਕਿ ਤੁਸੀਂ ਕਿਸੇ ਦਾ ਇਲੀਗਲ ਆਰਡਰ ਮੰਨੋ। ਜਿਹੜਾ ਚੰਡੀਗੜ੍ਹ ਬੈਠਾ ਬੰਦਾ ਉਹਦਾ ਇਲੀਗਲ ਆਰਡਰ ਗਰਾਊਂਡ ਤੇ ਨਹੀਂ ਮੰਨਿਆ ਜਾਏਗਾ। ਹਾਂਜੀ, ਪਹਿਲੀ ਗੱਲ ਹੈ। ਦੂਜੀ ਗੱਲ ਹੈ ਕਿ ਇੱਥੇ ਤਾਂ ਤੁਸੀਂ ਮੈਜਿਸਟ੍ਰੇਟ ਤੋਂ ਆਰਡਰ ਲਈ ਫਿਰਦੇ ਹੋ। ਕੋਰਟ ਨੇ ਵੀ ਇਸ ਗੱਲ ਦਾ ਨੋਟਿਸ ਲਿਆ, ਤੁਸੀਂ ਉਹ ਮੈਜਿਸਟ੍ਰੇਟ ਨੂੰ ਫਿਰ ਮੁਲਜ਼ਮ ਕਿਉਂ ਨਹੀਂ ਬਣਾਇਆ? ਜੇ ਉਹਨਾਂ ਨੇ ਗਲਤ ਆਰਡਰ ਦਿੱਤੇ ਆ, ਕੋਰਟ ਨੇ ਇਹ ਚੀਜ਼ਾਂ ਦਾ ਨੋਟਿਸ ਲਿਆ ਕਿ ਇਹ ਜਿਹੜੀ ਹੈ ਹਾਈ ਕੋਰਟ ਨੇ ਨੋਟਿਸ ਲਿਆ ਕਿ ਇਹ ਚੀਜ਼ਾਂ ਗਲਤ ਹੋਈਆਂ। ਇਨਵੈਸਟੀਗੇਸ਼ਨ ਦਾ ਬੇਕਾਰ ਜਿਹੜਾ ਹੈ ਨਾ, ਇਹ ਕਹਾਣੀਆਂ ਲਿਖ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕੋਟ ਕਰਕੇ, ਸੋ ਐਵੀਡੈਂਸ ਤਾਂ ਹੈ ਨਹੀਂ। ਬਿਨਾਂ ਐਵੀਡੈਂਸ ਤੋਂ ਇੱਕ ਗੱਲ ਲੱਗਦੀ ਹੈ, 4 ਬੰਦਿਆਂ ਦੇ ਥਾਂ ਇੱਕੋ ਹੀ ਬੰਦਾ ਭੱਜਿਆ ਫਿਰਦਾ ਤੇ ਉਹ ਵੀ ਅੱਗੇ DGP ਉਹਨੂੰ ਵੈਰੀਫਾਈ ਨਹੀਂ ਕਰਦਾ। ਕਿਹਨੇ ਪਰਮਿਸ਼ਨ ਦਿੱਤੀ ਕਿ ਇਸ ਤਰ੍ਹਾਂ ਦਾ ਚਲਾਨ ਨੂੰ ਅਦਾਲਤ ਤੇ ਭੇਜਿਆ? ਮੈਂ ਤੁਹਾਨੂੰ ਵਿੱਚ ਟੋਕ ਰਿਹਾ ਕਿ ਜਿਸ ਤਰ੍ਹਾਂ ਹੁਣੇ ਤੁਸੀਂ ਕਿਹਾ ਵੀ DGP ਨੇ ਵੈਰੀਫਾਈ ਨਹੀਂ ਕੀਤਾ ਜਾਂ ਵੈਟ ਨਹੀਂ ਕੀਤਾ। DGP ਸਾਹਿਬ ਨੂੰ ਜਾਂ ਤਾਂ ਇਹ ਗੱਲ ਪਤਾ ਹੋਣੀ ਹੈ ਬਈ ਇਹ ਚਲਾਨ ਬਿਲਕੁਲ ਗਲਤ ਹੈ ਤੇ ਇਹ ਜਿੰਨਾ ਵੀ ਇਨਵੈਸਟੀਗੇਸ਼ਨ ਕੀਤੀ ਹੈ ਸਾਰੀ ਬੋਗਸ ਹੈ, ਤੇ ਇਸ ਕਰਕੇ ਉਹਨਾਂ ਨੇ ਇਸ ਨੂੰ ਵੈਟ ਕਰਨਾ ਠੀਕ ਹੀ ਨਹੀਂ ਸਮਝਿਆ। ਇੱਕ ਇਹ ਵੀ ਹੋ ਸਕਦਾ ਹੈ ਤੇ ਉਹਨਾਂ ਨੇ ਕਿਹਾ ਵੀ ਇਹ ਆਟੋਮੈਟਿਕਲੀ ਹਾਈ ਕੋਰਟ, ਮੈਂ ਕਿਉਂ ਇਹਦੀ ਜ਼ਿੰਮੇਵਾਰੀ ਲਵਾਂ, ਹਾਈ ਕੋਰਟ 'ਚ ਜਾ ਕੇ ਖੜਨਾ ਹੀ ਨਹੀਂ ਹੈਗਾ ਤਾਂ ਮੈਂ ਕਿਉਂ ਆਪਣੇ ਸਿਰ ਬਦਨਾਮੀ ਲਵਾਂ। ਇਹ ਵੀ ਹੋ ਸਕਦਾ ਇੱਕ। ਦੇਖੋ, ਮੈਂ ਤਾਂ ਮਾफ़ ਕਰਨਾ, ਜਿਹੜੀ ਪੰਜਾਬ ਪੁਲਿਸ ਹੈ ਨਾ, ਇਹ ਬੜੇ ਸਮੇਂ ਤੋਂ ਅਨਪ੍ਰੋਫੈਸ਼ਨਲ ਹੋ ਗਈ ਹੈ। ਠੀਕ ਹੈ ਜੀ। ਇਹਨੂੰ ਕਿਸੇ ਨੇ ਪ੍ਰੋਫੈਸ਼ਨਲੀ, ਇਹ ਸਾਰੇ ਪੋਲੀਟੀਸ਼ੀਅਨ ਹੈ, ਭਾਵੇਂ DGP ਹੈ ਤੇ ਭਾਵੇਂ ਥਾਣੇਦਾਰ ਹੈ ਜਾਂ ਭਾਵੇਂ ਮੁਨਸ਼ੀ ਆ ਥਾਣੇ ਦਾ ਜਾਂ ਸਿਪਾਹੀ ਹੈ, ਇਹਨਾਂ ਨੂੰ ਪਤਾ ਹੁੰਦਾ ਵੀ ਪੋਲੀਟੀਸ਼ੀਅਨ ਦੇ ਪੈਰੀਂ ਹੱਥ ਲਾ ਕੇ ਤੇ ਇਸ ਕੁਰਸੀ ਮੱਲੀ ਜਾਣੀ ਹੈ। ਪ੍ਰੋਫੈਸ਼ਨਲ ਕੰਡਕਟ ਹੈ ਕਿਸੇ ਦਾ ਨਹੀਂ, ਤੇ DGP ਸਾਹਿਬ ਦੀ ਤਾਂ ਜ਼ਿੰਮੇਵਾਰੀ ਤੋਂ ਭੱਜ ਹੀ ਨਹੀਂ ਸਕਦੇ। ਜੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਚਲਾਨ ਅਦਾਲਤ 'ਚ ਦਿੱਤਾ ਗਿਆ, ਹੀ ਸ਼ੁੱਡ ਹੈਵ ਰਿਪੋਰਟਡ ਅਗੇਂਸਟ ਕੰਵਰ ਵਿਜੇ ਪ੍ਰਤਾਪ, ਕਿਉਂਕਿ ਇਹਦਾ ਲੀਗਲ ਬੈਟਿੰਗ ਤਾਂ ਜ਼ਰੂਰੀ ਹੈ ਨਾ ਕਿ ਵਾਕਈ ਇਹਦੇ ਕੋਲ ਇੰਨੀ ਐਵੀਡੈਂਸ ਹੈਗੀ ਹੈ ਕਿ ਮਜ਼ਾਕ ਹੀ ਬਣਿਆ ਹੋਇਆ। ਕਦੇ ਤੁਸੀਂ ਕੁਛ ਲਿਖ ਦਿੰਦੇ ਹੋ, ਕਦੇ ਕੁਛ ਲਿਖ ਦਿੰਦੇ ਹੋ, ਇਹ ਲਿਖ ਦਿੰਦੇ ਹੋ ਕਿ ਇਹਦਾ ਪੁਰਾਣਾ ਕੰਡਕਟ ਇਹ ਹੈ। ਮੈਨੂੰ ਇਹ ਦੱਸੋ, ਹਾਊ ਦੀ ਜਿਹੜਾ ਪ੍ਰੀਵੀਅਸ ਕੰਡਕਟ ਆਫ ਦੀ ਅਕਿਊਜ਼ ਇਜ਼ ਰੈਲੇਵੈਂਟ ਇਨ ਲਾਅ? ਜਦੋਂ ਤੱਕ ਉਹ ਆਪਣੇ ਆਪ ਨੂੰ ਇਹ ਨਹੀਂ ਕਹਿੰਦਾ ਜੀ ਮੈਂ ਬੜਾ ਇਮਾਨਦਾਰ ਹਾਂ, ਉਸ ਕੇਸ ਦੇ ਵਿੱਚ ਅਸੀਂ ਉਹਦਾ ਪ੍ਰੀਵੀਅਸ ਕੰਡਕਟ ਸਾਬਤ ਕਰਨਾ ਹੁੰਦਾ। ਤੇ ਇਹਦੇ ਪ੍ਰਾਇਮਰੀ ਸਟੇਜ ਦੇ ਵਿੱਚ ਤੁਸੀਂ ਕੋਰਟ ਨੂੰ ਬਾਇਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਦੈਟ ਇਜ਼ ਇਲੀਗਲ। ਨਹੀਂ ਸਰ, ਇਹ ਜਿਹੜਾ ਕਿ ਇਹਨੇ ਸਾਰਾ ਕੁਝ ਕੀਤਾ ਹੈ, ਕਿਉਂਕਿ ਪਰਮਰਾਜ ਉਮਰਾ ਨੰਗਲ ਦੇ ਉੱਪਰ ਕੇਸ ਚੱਲ ਰਿਹਾ ਹੈ। ਇੱਕ ਤਾਂ ਬੰਡਾਲੇ ਵਾਲਾ ਸਰ, ਜਿਹੜਾ ਇਹਨੇ ਪਾਠੀ ਚੱਕ ਕੇ ਮਾਰਿਆ ਉੱਥੇ, ਗੁਰਦਾਸਪੁਰ ਤੋਂ ਲਿਆ ਕੇ ਤੇ ਮਾਰਿਆ ਇਹਨੇ ਰੋਪੜ, ਉਹਦੀ ਇਨਵੈਸਟੀਗੇਸ਼ਨ ਸਿੱਟ ਬਣੀ ਹੋਈ ਹੈ। ਉਸ ਤੋਂ ਬਾਅਦ ਆ ਬੇਅਦਬੀ ਵਾਲਾ ਮਾਮਲਾ ਹੋ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਡਰੱਗ ਵਾਲੇ ਕੇਸ 'ਚ ਪਰਮਰਾਜ ਦਾ ਨਾਮ ਆ ਗਿਆ ਰਾਣੋ ਵਾਲੇ 'ਚ। ਉਧਰ ਸੁਮੇਧ ਸਿੰਘ ਸੈਣੀ ਤੇ ਪਹਿਲਾਂ ਉਹਨੇ ਇੱਕ ਹਿੰਦੂ ਪਰਿਵਾਰ ਮਾਰਿਆ, ਉਹਦੇ ਵਿੱਚ ਸਰ CBI ਨੇ ਸਾਰੀ ਇਨਵੈਸਟੀਗੇਸ਼ਨ ਦੇ ਦਿੱਤੀ। ਕੀ ਕਾਰਨ ਹੈ ਵੀ CBI ਨੇ ਤਾਂ ਸਾਰੀ ਇਨਵੈਸਟੀਗੇਸ਼ਨ ਕਰਕੇ ਪ੍ਰੂਫ ਕਰਕੇ ਕੋਰਟ 'ਚ ਸਬਮਿਟ ਕਰਤਾ, ਇਹਨਾਂ ਕੋਲੋਂ ਨਾ ਤਾਂ ਬਰਗਾੜੀ ਬਾਈਬਲ ਕਲਾਂ ਵਾਲੇ ਕੇਸ 'ਚ ਇਹਨਾਂ ਕੋਲੋਂ ਸੁਮੇਧ ਸੈਣੀ ਬਾਰੇ ਕੁਝ ਨਿਕਲਿਆ, ਤੇ ਨਾ ਇਹ ਉਹਦੇ ਵਿੱਚ ਜਿਹੜਾ ਮੁਲਤਾਨੀ ਮਰਡਰ ਕੇਸ ਹੈ ਉਸ 'ਚ ਪ੍ਰੋਪਰਲੀ ਉਹਨੂੰ ਪਰਸਿਊ ਕਰ ਪਾਏ। ਕਾਰਨ ਕੀ ਹੈ ਸਰ? ਤੁਹਾਨੂੰ ਕੀ ਲੱਗਦਾ ਵੀ ਪੁਲਿਸ, ਪੰਜਾਬ ਪੁਲਿਸ ਦੇ ਵਿੱਚ ਕੀ ਇਸ ਵੇਲੇ ਖਾਮੀਆਂ ਨੇ, ਔਰ ਕਿਹੜੇ ਅਫਸਰ ਨੇ, ਕਿਹੜੀਆਂ ਕਾਲੀਆਂ ਭੇਡਾਂ ਨੇ ਵੀ ਜਿਹੜੀਆਂ ਕਿ ਇਸ ਫੋਰਸ ਨੂੰ ਖੋਖਲਾ ਕਰਦੀਆਂ ਜਾ ਰਹੀਆਂ ਨੇ? ਦੇਖੋ, ਜਦੋਂ ਮਿਲੀਟੈਂਸੀ ਆਈ ਨਾ, ਅਸੀਂ ਦੇਖਿਆ ਉਸ ਤੋਂ ਪਹਿਲਾਂ ਸਾਰੇ ਅਫਸਰ ਜਿਹੜੇ ਆ ਨਾ ਉਹ ਪ੍ਰੋਫੈਸ਼ਨਲੀ ਕੰਪੀਟੈਂਟ ਹੁੰਦੇ ਸੀ। 84 ਤੋਂ ਬਾਅਦ ਜਦੋਂ ਆ ਗਿਆ ਸਾਰਾ ਸਿਸਟਮ, ਲਾਅ ਐਂਡ ਆਰਡਰ ਹੋ ਗਿਆ, ਖਰਾਬ ਹੋ ਗਿਆ, ਤੇ ਇਹਨਾਂ ਦੀ ਟ੍ਰੇਨਿੰਗ ਹੀ ਨਹੀਂ ਹੋਈ।
CRP ਵਾਲੇ ਤਾਂ ਇੱਥੇ IG ਲੱਗੇ ਹੋਏ ਸੀ, ਠੀਕ ਹੈ, ਜਿਨ੍ਹਾਂ ਨੇ ਕਦੇ ਨਾ ਥਾਣੇ 'ਚ ਕੰਮ ਕੀਤਾ, ਨਾ ਸਬ ਡਿਵੀਜ਼ਨ 'ਚ ਕੰਮ ਕੀਤਾ। ਉਹਨਾਂ ਦੇ ਚੇਲੇ ਇਹ ਨੇ ਜਿਹੜੇ ਅੱਜ ਕੱਲ੍ਹ DG ਬਣੇ ਹੋਏ ਨੇ। ਠੀਕ ਹੈ, ਤੇ ਨਾ ਇਹਨਾਂ ਨੇ ਵੀ ਨਾ ਕਾਨੂੰਨ ਸਿੱਖਿਆ, ਇੱਕੋ ਗੱਲ ਸਿੱਖੀ ਹੈ ਕਿ ਪੋਲੀਟੀਸ਼ੀਅਨ ਦੇ ਕਿਵੇਂ ਪੈਰੀ ਪਈਏ ਤੇ ਕਿਵੇਂ ਜਿਹੜੀ ਹੈ ਨਾ ਇੱਕ ਉਹਨਾਂ ਦਾ ਬੇਵਕੂਫ ਬਣਾਈਏ। ਮੈਂ ਇੱਕ ਆਰਟੀਕਲ ਲਿਖਿਆ ਸੀਗਾ, ਪੇ ਬਿਟਰੇ ਐਂਡ ਇੰਜੋਏ, ਦਿਸ ਇਜ਼ ਦੀ ਬਿਊਰੋਕ੍ਰੇਸੀ। ਕਿਉਂਕਿ ਇੱਕ ਅੰਗਰੇਜ਼ ਨੇ ਲਿਖਿਆ ਸੀ ਅਮਰੀਕਾ ਦੇ ਵਿੱਚ, ਮੈਂ ਉਹਨੂੰ ਹਮੇਸ਼ਾ ਹੀ ਆਪਣੇ ਧਿਆਨ 'ਚ ਰੱਖਦਾ ਹਾਂ ਕਿ ਜਿੰਨੀ ਮਰਜ਼ੀ ਪਾਪੂਲਰ ਗੌਰਮੈਂਟ ਹੋਵੇ, ਜੇ ਉਹ ਕਰਪਟ ਹੈਗੀ ਹੈ ਤੇ ਬਿਊਰੋਕ੍ਰੇਸੀ ਆਪਣੀ ਖੁੱਲ੍ਹ ਖੇਡਦੀ ਹੈ। ਠੀਕ ਹੈ, ਔਰ ਜਦੋਂ ਬਿਊਰੋਕ੍ਰੇਸੀ ਖੁੱਲ੍ਹ ਖੇਡਦੀ ਹੈ ਤੇ ਜਿਹੜੇ ਲੋਕ ਹੈ ਉਹ ਸਫਰ ਕਰਦੇ ਆ। ਠੀਕ ਹੈ, ਇੱਥੇ ਇਹੀ ਬਿਲਕੁਲ ਸਹੀ ਗੱਲ ਹੈ। ਪੰਜਾਬ ਦੇ ਵਿੱਚ ਪਾਪੂਲਰ ਗੌਰਮੈਂਟ ਭਾਵੇਂ ਪ੍ਰਕਾਸ਼ ਸਿੰਘ ਬਾਦਲ ਜੀ ਦੀ ਆਈ, ਉਹਨਾਂ ਦੇ ਵੀ 75 ਸੀਟਾਂ ਜਿੱਤ ਕੇ ਬਣੇ, ਭਾਵੇਂ ਇਹ 77 ਸੀਟਾਂ ਜਿੱਤ ਕੇ ਆਏ, ਪਰ ਇਹਨਾਂ ਦਾ ਅਸਲੀ ਮਕਸਦ ਤਾਂ ਮਾਈਨਿੰਗ ਹੈ, ਅਸਲੀ ਮਕਸਦ ਤਾਂ ਟਰਾਂਸਪੋਰਟ ਮਾਫੀਆ ਆ, ਅਸਲੀ ਤਾਂ ਕੇਬਲ ਮਾਫੀਆ, ਅਸਲੀ ਤਾਂ ਲਿਕਰ ਮਾਫੀਆ ਆ। ਇਹਨਾਂ ਦਾ ਇਸ ਪਾਸੇ ਕਿੱਥੇ ਧਿਆਨ ਹੈ? ਇਹ ਤਾਂ ਸਾਰੇ ਹੀ ਜਿਹੜੇ ਆ ਦੇ ਆਰ ਇਨਟੂ ਦੀ ਗਵਰਨਮੈਂਟ, ਜਿਹੜੇ ਜਿਨ੍ਹਾਂ ਤੋਂ ਅਸੀਂ ਆਸ ਕਰਦੇ ਹਾਂ ਇਨਸਾਫ ਦੀ, ਦੂਜਿਆਂ ਦੀ, ਗੁਰੂ ਗ੍ਰੰਥ ਸਾਹਿਬ ਦੀ ਸਹੁੰ ਦੀ, ਉਹ ਲੋਕ ਤਾਂ ਗੁਰੂ ਸਾਹਿਬ ਨੂੰ ਮੰਨਦੇ ਹੀ ਨਹੀਂ। ਕਿਉਂਕਿ ਗੁਰੂ ਸਾਹਿਬ ਦਾ ਇੱਕ ਹੁਕਮ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਯੂ ਹੈਵ ਟੂ ਲਿਵ ਦੀ ਲਾਈਫ। ਹਾਂਜੀ, ਸੱਚ ਤਾਂ ਪਰ ਜਾਣੀਏ ਜੇ ਹਿਰਦੇ ਸੱਚਾ ਹੋਏ। ਇਹਨਾਂ ਦੇ ਸੱਚ ਦੇ ਨੇੜੇ ਦੀ ਵੀ ਨਹੀਂ ਲੰਘਦੇ। ਹਾਂਜੀ, ਇਸ ਕਰਕੇ ਜਿਹੜੀ ਇਹ ਬਿਊਰੋਕ੍ਰੇਸੀ ਹੈ ਇਹ ਟੋਟਲੀ ਅਨਪ੍ਰੋਫੈਸ਼ਨਲ ਹੈ, ਇਹਨਾਂ ਦੀ ਕੋਈ ਟ੍ਰੇਨਿੰਗ ਨਹੀਂ ਹੋਈ। ਦੂਜੀ ਗੱਲ ਹੈ, ਇਹ ਟੋਟਲੀ ਇਨਡਿਸਪਲਿਨਡ ਹੈ। ਮੈਂ ਤਾਂ ਇਹ ਸਮਝਦਾ, ਤੁਸੀਂ ਸ਼ਾਇਦ ਤੁਹਾਡੇ ਧਿਆਨ 'ਚ ਵੀ ਹੋਵੇ, ਮੇਰੇ ਧਿਆਨ 'ਚ ਵੀ ਪਿੱਛੇ ਆਇਆ, IGs ਬਲਕਿ ਲੈਵਲ ਦੇ ਅਫਸਰ ਆਪਣੀ ਵਾਈਫਸ ਨਾਲ ਮਿਸਬਿਹੇਵ ਕਰਦੇ ਆ। ਹਾਂਜੀ, ਮੈਂ ਉਹੀ ਤੁਹਾਨੂੰ ਪੁੱਛਣ ਲੱਗਿਆ ਸੀ ਕਿ ਇੱਕ ਤੁਸੀਂ ਸਟੇਟਮੈਂਟ ਵੀ ਜਾਰੀ ਕੀਤੀ, ਪ੍ਰਮੋਦ ਬਾਨ IG ਰੋਪੜ ਰੇਂਜ ਨੇ, ਉਹਨਾਂ ਦੀ ਵਾਈਫ ਨੇ DGP ਨੂੰ ਇੱਕ ਕੰਪਲੇਂਟ ਦਿੱਤੀ ਕਿ ਮੇਰੀ ਲਾਈਫ ਨੂੰ ਥ੍ਰੈਟ ਹੈ, ਮੇਰੇ ਬੱਚਿਆਂ ਦੀ ਲਾਈਫ ਨੂੰ ਥ੍ਰੈਟ ਹੈ, ਤੇ ਉਹਦੇ ਖਿਲਾਫ ਕੋਈ ਐਕਸ਼ਨ ਕਰਨ ਦੇ ਬਜਾਏ ਜਾਂ ਉਹਨੂੰ ਇਨਕੁਆਇਰ ਕਰਨ ਦੇ ਬਜਾਏ ਇਹਨਾਂ ਨੇ CM ਸਿਕਿਉਰਿਟੀ ਤੋਂ ਹਟਾ ਕੇ ਉਹਨਾਂ ਨੂੰ ਰਾਦਰ ਬੈਟਰ ਔਰ ਪ੍ਰਾਈਮ ਪੋਸਟਿੰਗ ਦੇਤੀ ਐਜ਼ IG ਰੋਪੜ ਰੇਂਜ। ਸਰ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਮੈਂ ਤਾਂ ਇਹ ਵੇਖਿਆ ਪਿਛਲੇ ਜਦੋਂ ਤੋਂ 1992 ਤੋਂ CM ਆਫਟਰ ਮਿਲੀਟੈਂਸੀ ਬਣਨੇ ਸ਼ੁਰੂ ਹੋਏ ਨਾ, ਇਹ ਜਿਹੜੀ CM ਸਿਕਿਉਰਿਟੀ ਹੈ ਨਾ, ਇਹ ਬੜਾ ਵੱਡਾ ਸਕੈਂਡਲ ਹੈ। ਔਰ ਇਹ ਜਿਹੜਾ ਸਕੈਂਡਲ ਹੈ, ਉਦੋਂ ਜਿਹੜਾ ਵੀ ਬੰਦਾ ਇਨਡਿਸਪਲਿਨ 'ਚ ਫਸਿਆ ਹੁੰਦਾ, ਮੇਰੇ ਕੋਲ ਤਾਂ 100 ਕੇਸਿਸ ਨੇ ਮੈਂ ਦੱਸ ਸਕਦਾ ਜਿਨ੍ਹਾਂ 'ਤੇ ਪਰਚੇ ਹੋਏ, ਉਹ ਬੰਦੇ ਜਿਹੜੇ ਆ 1 ਮਿੰਟ ਦੇ ਵਿੱਚ ਜਾ ਕੇ CM ਸਿਕਿਉਰਿਟੀ ਦੇ ਵਿੱਚ ਚਲੇ ਜਾਂਦੇ ਆ। 3 ਮਹੀਨੇ CM ਸਿਕਿਉਰਿਟੀ ਲਾਓ, ਸਾਰਾ ਅਪਰਾਧ ਮਾਫ, ਫਿਰ ਨਵੀਂ ਪ੍ਰਾਈਮ ਪੋਸਟਿੰਗ ਲੈ ਲਓ। ਹੁਣ ਵੀ ਜਿਹੜੇ ਮੈਂ ਇਹ ਇਕੱਲਾ ਇਹ ਨਹੀਂ, ਪ੍ਰਮੋਦ ਬਾਨ ਜੀ ਇਕੱਲੇ ਨਹੀਂ, ਰਕੇਸ਼ ਅਗਰਵਾਲ ਦੇ ਖਿਲਾਫ ਵੀ ਰੌਲਾ ਪੈਂਦਾ। ਉਹਨਾਂ ਨੇ ਆਪਣਾ ਜਿਹੜਾ ਸਕਾ ਮਾਮਾ, ਵਾਈਫ ਦਾ ਮਾਮਾ, ਉਹਨੂੰ ਫੜ ਕੇ ਅੰਦਰ ਦੇ ਦਿੱਤਾ। ਉਹ ਰੋਜ਼ ਰੌਲਾ ਪਾਉਂਦਾ ਸੁਰਿੰਦਰ ਮਿੱਤਲ ਉਹਦੇ ਦੇ ਖਿਲਾਫ ਕਿ ਮੇਰੀਆਂ ਆਹ ਜ਼ਿਆਦਤੀਆਂ ਹੋ ਗਈਆਂ ਮੋਗੀਆਂ ਸਭ। ਮੈਂ ਨਹੀਂ ਸਮਝਦਾ ਕਿ ਪੁਲਿਸ ਨੂੰ ਕੋਈ ਅਨੁਸ਼ਾਸਿਤ ਕਰਨਾ ਚਾਹੁੰਦਾ, ਜਾਂ ਇਹਨਾਂ ਦਾ ਉਹੀ ਕਾਰਨ ਹੈ ਜਿਹੜੇ ਮੈਂ ਆਪ ਜੀ ਨੂੰ ਦੱਸਿਆ ਕਿ ਦਿਸ ਗਵਰਨਮੈਂਟ ਮੇ ਬੀ ਪਾਪੂਲਰ ਬਟ ਵੈਰੀ ਕਰਪਟ। ਤੇ ਜਦੋਂ ਕਰਪਟ ਗਵਰਨਮੈਂਟ ਹੋਏਗੀ, ਫਿਰ ਬਿਊਰੋਕ੍ਰੇਸੀ ਨੂੰ ਕਿਹਨੇ ਲਗਾਮ ਲਾਣੀ ਹੈ? ਇਹ ਤਾਂ ਰਿਟਾਇਰ ਬੰਦਿਆਂ ਦੀ ਫੌਜ ਬਣਾਈ ਬੈਠੇ ਆ ਉੱਥੇ, ਜਿਹੜਾ ਕੋਈ 15 ਸਾਲ ਬਾਅਦ ਵੀ ਨੌਕਰੀ ਦੇ ਵਿੱਚ ਬੈਠੇ ਤੁਰਿਆ ਫਿਰਦਾ, ਮਾਣਦਾ ਫਿਰਦਾ। ਕੋਈ ਮੈਨੂੰ ਦੱਸ ਸਕਦਾ ਆਪ ਜੀ ਵੀ ਜਿਹੜਾ ਇਹਨਾਂ ਨੇ ਆ ਪਿੱਛੇ ਪੁਲਿਸ ਅਥਾਰਟੀ ਬਣਾਈ ਹਾਈ ਕੋਰਟ ਦੇ ਨਾਲ, ਕਿਹੜਾ ਜੱਜ ਸਾਡਾ ਪੰਜਾਬ ਦੇ ਵਿੱਚ ਲਾਇਆ ਹੋਇਆ? ਉਹ ਜੱਜ ਸਾਹਿਬ ਪੈਸੇ ਵੀ ਲੈਂਦੇ ਆ, ਹਾਂਜੀ, ਤਨਖਾਹ ਵੀ ਲੈ ਰਹੇ ਆ, ਉਹਨਾਂ ਨੂੰ ਕੋਠੀ ਵੀ ਇਹਨਾਂ ਨੇ ਦਿੱਤੀ ਹੋਣੀਆਂ, ਗੱਡੀਆਂ ਕਾਰਾਂ ਵੀ ਦਿੰਦੀਆਂ। ਮੈਨੂੰ ਪੰਜਾਬ ਦੇ ਲੋਕ ਦੱਸ ਦੇਣ ਵੀ ਉਹ ਜੱਜ ਦਾ ਨਾਂ ਕੀ ਹੈ। ਹਾਂਜੀ, ਕੋਈ ਬੰਦਾ ਨਹੀਂ ਹੈਗਾ। ਇਹ ਸਾਰਾ ਜਿਹੜੇ ਕਮਿਸ਼ਨ ਵਗੈਰਾ ਬਣਾਉਣੇ ਆ, ਇਹ ਇੱਕ ਲੁੱਟ ਦਾ ਸਾਧਨ ਹੈ, ਕੋਰਟ ਨੂੰ ਬੇਵਕੂਫ ਬਣਾਉਣ ਦਾ ਸਾਧਨ ਹੈ, ਤੇ ਲੋਕਾਂ ਦਾ ਵੀ ਬੇਵਕੂਫ ਬਣਾਉਣ ਦਾ ਸਾਧਨ ਹੈ। ਜਿਹੜੀ ਅਸਲ ਗੱਲ ਮੁੱਦੇ 'ਤੇ ਆਈਏ, ਇਹ ਟੋਟਲੀ ਅਨਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੈ। ਕੰਵਰ ਵਿਜੇ ਪ੍ਰਤਾਪ ਲੋਕਾਂ ਦਾ ਬੇਵਕੂਫ ਬਣਾ ਰਿਹਾ, ਔਰ ਸਰਕਾਰ ਜਿਹੜੀ ਆ ਲੋਕਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੀ। ਵਿੱਚੇ DGP ਇਨਵੋਲਵਡ ਹੈ, ਵਿੱਚੇ ਹੋਮ ਸੈਕਟਰੀ ਇਨਵੋਲਵਡ ਹੈ। ਉਹਨਾਂ ਨੂੰ ਤੁਸੀਂ ਕਿਸੇ ਨੂੰ ਮਾਫ ਨਹੀਂ ਕਰ ਸਕਦੇ। ਜੱਜ ਸਾਹਿਬ ਨੇ ਇਹ ਦੇਖਿਆ ਕਿ ਵਾਟ ਆਰ ਦੀ ਫੈਕਟਸ ਕੀ ਆਏ ਉਹਨਾਂ ਫੈਕਟਸ ਕੀ ਹੈ, ਵਾਟ ਇਜ਼ ਦੀ ਐਵੀਡੈਂਸ ਅਵੇਲੇਬਲ ਔਨ ਦਾ ਫਾਈਲ। ਜਿਹੜਾ ਉਸ ਕਰਕੇ ਜਿਹੜੀ ਹੈ ਨਾ, ਜੇ ਇਹਨੂੰ ਰੌਲਾ ਪਾਉਣਾ ਤੇ ਰਾਜਨੀਤਿਕ ਰੌਲਾ ਮੈਨੂੰ ਤਾਂ ਨਹੀਂ ਆਇਆ ਹਾਲੇ ਤੱਕ ਪਾਉਣਾ, ਮੈਨੂੰ ਵੀ ਲੰਬੇ ਸਮਾਂ ਹੋ ਗਿਆ ਰਾਜਨੀਤੀ ਕਰਦੇ ਆ, ਪਰ ਮੈਨੂੰ ਇੰਨਾ ਹੀ ਪਤਾ ਹੈ ਕਿ ਸੱਚ ਇਹ ਹੈ
ਤੇ ਮੈਂ ਸੱਚ ਦੇ ਮਾਰਗ ਤੇ ਚੱਲਣ ਵਾਲਾ ਵਿਅਕਤੀ ਹਾਂ। ਸੱਚ ਇਹ ਹੈ ਕਿ ਇਟਸ ਟੋਟਲੀ ਅਨਪ੍ਰੋਫੈਸ਼ਨਲ ਇਨਵੈਸਟੀਗੇਸ਼ਨ। ਇਹਨੂੰ ਨਾ ਥੱਲੇ ਵਾਲੇ ਬੰਦੇ ਨੇ ਇਨਵੈਸਟੀਗੇਸ਼ਨ ਪ੍ਰੋਪਰ ਕੀਤੀ ਹੈ, ਉੱਪਰ ਵਾਲਿਆਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਜੇ ਉਹਨਾਂ ਨੇ ਨਹੀਂ ਸੀ ਸਿੱਟ ਵਾਲੇ ਤੇ ਉਹਨਾਂ ਨੂੰ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਸੀ, ਹੁਣ ਵੀ ਹੋਣਾ ਚਾਹੀਦਾ। ਜੇ ਇਹਦਾ ਕੇਸ ਹਾਈ ਕੋਰਟ ਨੇ ਰਿਜੈਕਟ ਕਰਤਾ ਤੇ ਕੰਵਰ ਵਿਜੇ ਪ੍ਰਤਾਪ ਨੂੰ ਹੀਰੋ ਦੀ ਬਜਾਏ ਉਹਦੇ ਚਾਰਜ ਸ਼ੀਟ ਕਰਕੇ ਡਿਸਮਿਸ ਕਰਨਾ ਚਾਹੀਦਾ। ਔਰ ਜਿਹੜਾ ਡੀਜੀਪੀ ਹੈ ਉਹਦੀ ਵੀ ਸੁਪਰਵੀਜ਼ਨ ਬੜੀ ਪੂਅਰ ਹੈ, ਉਹਦੇ ਖਿਲਾਫ ਵੀ ਸਟ੍ਰਿਕਚਰ ਪਾਸ ਹੋਣੇ ਚਾਹੀਦੇ ਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਜਿਹੜਾ ਕੰਵਰ ਵਿਜੇ ਪ੍ਰਤਾਪ ਵੀ ਦੱਸ ਰਿਹਾ ਕਿ 55 ਲੱਖ ਰੁਪਈਆ ਇੱਕ ਬੰਦੇ ਨੂੰ ਦੇ ਰਿਹਾ, 5 ਸਟਾਰ ਹੋਟਲਾਂ ਨੂੰ ਠਹਿਰਾ ਰਿਹਾ। ਤੇ ਜਦੋਂ ਤੁਹਾਡੇ ਜਾਨ ਹੀ ਹੈ ਨਹੀਂ ਕੇਸ ਦੇ ਵਿੱਚ, ਸੋ ਮੇਰੀ ਆਪਣੀ ਮੋਗਿਆ ਦੀ ਬੇਨਤੀ ਇਹ ਹੈ ਕਿ ਇਹ ਇੱਕ ਮਜ਼ਾਕ ਹੋ ਰਿਹਾ ਪੰਜਾਬ ਦੇ ਲੋਕਾਂ ਨਾਲ। ਇਹ ਬੰਦ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਫੜੇ ਜਾਣੇ ਚਾਹੀਦੇ ਆ। ਸ਼੍ਰੀ ਗੁਰੂ ਜਿਹੜੇ ਝੂਠੇ ਬੰਦਿਆਂ ਦੇ ਜਿਹੜੇ ਇਨੋਸੈਂਟ ਪੀਪਲ ਹੂ ਆਰ ਫਾਇਰਡ ਐਟ ਐਂਡ ਕਿਲਡ ਜਾਂ ਜ਼ਖਮੀ ਹੋਏ, ਉਹਨਾਂ ਨੂੰ ਵੀ ਕੰਪਨਸੇਸ਼ਨ ਮਿਲਣੀ ਚਾਹੀਦੀ ਹੈ, ਦੋਸ਼ੀ ਸਜ਼ਾ ਹੋਣੇ ਚਾਹੀਦੇ ਆ। ਔਰ ਇਸ ਤੋਂ ਇਲਾਵਾ ਇਹ ਜਿਹੜੇ ਪੁਲਿਸ ਅਫਸਰ ਹੈ, ਭਾਵੇਂ ਉਹ ਚਰਨਜੀਤ ਹੈ ਤੇ ਭਾਵੇਂ ਉਹ ਹੈਗਾ ਪਰਮਰਾਜ ਹੈਗਾ ਜਾਂ ਹੋਰ, ਇਹਦਾ 'ਚੋਂ ਕੋਈ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਮਾਫੀ ਦੇ ਯੋਗ ਹੈਗੇ, ਲੇਕਿਨ ਤੁਸੀਂ ਉਹ ਬੰਦੇ ਜਿਨ੍ਹਾਂ ਨੇ ਔਨ ਗਰਾਊਂਡ ਫਾਇਰਿੰਗ ਕੀਤੀ ਹੈ ਤੁਸੀਂ ਹਲੇ ਤੇ ਆਇਡੈਂਟੀਫਾਈ ਨਹੀਂ ਕੀਤੇ। ਕੋਰਟ ਨੇ ਇਹ ਵੀ ਲਿਖਿਆ ਵੀ ਜਿਹੜੇ ਜ਼ਖਮੀ ਪੁਲਿਸ ਵਾਲੇ ਹੈ ਤੁਸੀਂ ਉਹਨਾਂ ਦੇ ਬਿਆਨ ਵੀ ਨਹੀਂ ਲਿਖੇ। ਤਾਂ ਇਹ ਤਾਂ ਇੱਕ ਦੇਖੋ, ਇਹ ਸਾਰੀਆਂ ਚੀਜ਼ਾਂ ਨੇ ਇਹਨੂੰ ਬਿਲਕੁਲ ਕਿਉਸ ਹੈਗਾ ਕੁਛ। ਜਿਹੜੀ ਇਹ ਸਾਰੀ ਇਨਵੈਸਟੀਗੇਸ਼ਨ ਹੈ, ਇਹ ਸਾਰੀ ਦੀ ਸਾਰੀ ਇਨਵੈਸਟੀਗੇਸ਼ਨ ਬਹੁਤ ਹੀ ਕਮਜ਼ੋਰ ਕੀਤੀ ਗਈ ਹੈ। ਅਸੀਂ ਇਹ ਕਹਿ ਸਕਦੇ ਹਾਂ ਵੀ ਦਿਖਾਵਾ ਕੁਛ ਅੰਦਰ ਕੁਛ। ਇਹ ਜਿਹੜੀ ਇਨਵੈਸਟੀਗੇਸ਼ਨ ਹੈ ਅਗਰ ਇਹ ਪ੍ਰੋਪਰਲੀ ਹੋਈ ਹੁੰਦੀ, ਕਿਹਨਾਂ ਨੇ ਗੋਲੀ ਚਲਾਈ ਹੈ, ਕਿਹੜੇ ਜਿਸ ਤਰ੍ਹਾਂ ਪਰਮਰਾਜ ਉਮਰਾ ਨੰਗਲ ਉੱਥੇ ਕਿਉਂ ਗਿਆ, ਡੀਜੀਪੀ ਸੈਣੀ, ਇਹਨਾਂ ਸਭ ਦੇ ਖਿਲਾਫ ਕਾਰਵਾਈ ਹੋ ਸਕਦੀ ਸੀ ਕੋਰਟ ਦੇ ਵਿੱਚ। ਲੇਕਿਨ ਕੋਈ ਐਵੀਡੈਂਸ, ਕੋਈ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਹੋਈ, ਉਸ ਕਰਕੇ ਕੋਰਟ ਨੇ ਇਹਨੂੰ ਡਿਸਮਿਸ ਕਰਤਾ ਹੈ। ਬਾਕੀ ਹੁਣ ਆਉਣ ਵਾਲਾ ਵਕਤ ਦੱਸੇਗਾ ਕਿ ਨਵੀਂ SIT ਕਦ ਬਣਦੀ ਹੈ, ਕਦ ਤਾਈਂ ਉਹ ਕੋਈ ਰਿਪੋਰਟ ਸਬਮਿਟ ਕਰਦੇ ਨੇ, ਇਹ ਹੁਣ ਆਉਣ ਵਾਲਾ ਵਕਤ ਦੱਸੇਗਾ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ जुड़ने का। नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।